ਸਿੰਘ ਪਦਮ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਹੈ। ਕਹਿੰਦੇ ਜ਼ਿੰਦਗੀ ਦੇ ਅੰਦਰ ਬੜੀਆਂ ਸ਼ਖਸੀਅਤਾਂ ਇਨਸਾਨ ਪੈਦਾ ਹੁੰਦੇ ਨੇ ਜਿਨ੍ਹਾਂ ਨੂੰ ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਪ੍ਰਭਤਾ ਦਾ ਮਾਣ ਹੁੰਦਾ ਹੈ। ਪਰ ਗੁਰੂ ਗੋਬਿੰਦ ਸਿੰਘ ਜੀਆਂ ਦੇ ਹਿੱਸੇ ਇਹ ਤਿੰਨੋਂ ਆਈਆਂ ਨੇ ਤੇ ਉਹ ਸ਼ੁਰੂਆਤ ਇੱਥੋਂ ਕਰਦੇ ਨੇ ਕਿ ਕੋਈ ਇਨਸਾਨ ਜਨਮ ਲਵੇ ਤੇ ਹੋ ਸਕਦਾ ਉਹ ਆਪਣੀ ਕਰਨੀ ਕਰਤੂਤ ਕਰਕੇ ਨਾਮਣੇ ਕਰਕੇ ਕੁਝ ਬਹੁਤਾ ਕੁਝ ਨਾ ਕਰ ਸਕੇ, ਪਰ ਜਿਸ ਘਰ ਦੇ ਵਿੱਚ ਕਹਿੰਦੇ ਉਹ ਜੰਮਿਆ ਹੁੰਦਾ ਉਹਨਾਂ ਦੇ ਬਜ਼ੁਰਗਾਂ ਨੇ ਕੁਝ ਨਾਮਣਾ ਕੀਤਾ ਹੁੰਦਾ ਜਿਨ੍ਹਾਂ ਕਰਕੇ ਉਹਦਾ ਵੀ ਰੋਟੀ ਟੁੱਕ ਜਾਂ ਸੰਸਾਰ 'ਚ ਉਹਦੀ ਪ੍ਰਭਤਾ ਹੁੰਦੀ ਰਹਿੰਦੀ ਆ। ਪਰ ਜੇ ਹੋ ਸਕਦਾ ਪਿੱਛੋਂ ਬਜ਼ੁਰਗਾਂ ਨੇ ਦਾਦਿਆਂ ਤੱਕ ਕੁਝ ਨਾ ਕੀਤਾ ਹੋਵੇ ਤੇ ਕਹਿੰਦੇ ਉਹਦੇ ਪਿਤਾ ਨੇ ਕੁਝ ਇਹੋ ਜਿਹੀਆਂ ਮੱਲਾਂ ਮਾਰੀਆਂ ਹੋਣਗੀਆਂ ਕਿ ਪੁੱਤ ਜਿੱਥੇ ਚਾਰ ਜਾਣਿਆਂ 'ਚ ਖਲੋਵੇ ਲੋਕ ਉਹਨੂੰ ਉਹਦੇ ਪਿਤਾ ਕਰਕੇ ਸਲਾਮਾਂ ਕਰਦੇ ਆ। ਬਹੁਤੀ ਵਾਰ ਇਦਾਂ ਵੀ ਹੁੰਦਾ ਕਿ ਸਾਡੇ ਦਾਦੇ ਸਾਡੇ ਪਿਤਾ ਜੀ ਸਮੇਂ ਦੇ ਲਿਹਾਜ਼ ਨਾਲ ਵੀ ਕੁਝ ਬਹੁਤਾ ਕੁਝ ਕਰ ਨਹੀਂ ਪਾਉਂਦੇ, ਪਰ ਸਾਡੇ ਘਰ 'ਚ ਆਈਆਂ ਸੰਤਾਨਾਂ ਤਰੱਕੀ ਕਰ ਜਾਂਦੀਆਂ ਨੇ। ਫਿਰ ਪਿਤਾ ਹੋਵੇ ਭਾਵੇਂ ਦਾਦਾ, ਲੋਕ ਕਹਿੰਦੇ ਫਲਾਣੇ ਦਾ ਦਾਦਾ ਤੇ ਕਈ ਵਾਰੀ ਪੋਤਰੇ ਕਰਕੇ ਵੀ ਬਜ਼ੁਰਗਾਂ ਨੂੰ ਸਤਿਕਾਰ ਮਿਲਦਾ। ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਜੀਵਨ ਤੇ ਆਈਏ ਤੇ ਪਦਮ ਜੀ ਕਹਿੰਦੇ ਆ, ਦੁਨੀਆ ਦੇ ਲੋਗੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾਮਾ ਕਰਕੇ ਵੀ ਮਹਾਨ ਨੇ, ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਕਰਕੇ ਵੀ ਮਹਾਨ ਨੇ, ਗੁਰੂ ਗੋਬਿੰਦ ਸਿੰਘ ਜੀ ਆਪਣੇ ਵਜੂਦ ਕਰਕੇ ਵੀ ਮਹਾਨ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਦੀ ਦਾਸਤਾਨ ਵੇਖੀਏ ਤੇ ਉਹਨਾਂ ਵਰਗਾ ਸਾਨੀ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾਮਾ ਕੌਣ ਨੇ? ਪੜਦਾਦਾ ਜੀ। ਧੰਨ ਗੁਰੂ ਅਰਜੁਨ ਦੇ ਪਿਤਾ ਮਹਾਰਾਜ ਜਿਹੜੇ ਤੱਤੀ ਤਵੀ ਤੇ ਬਹਿ ਕੇ ਸੁਖਮਣੀ ਨੂੰ ਗਾ ਰਹੇ ਆ, ਜਿਹੜੇ 30 ਰਾਗਾਂ ਵਿੱਚ ਬਾਣੀ ਨੂੰ ਉਚਾਰਦੇ ਪਏ ਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਦੇ ਦਾਦਾ ਜੀ 4 ਜੰਗਾਂ ਲੜਦੇ ਆ ਤੇ ਫਤਿਹ ਹਾਸਲ ਕਰਦੇ ਆ, ਅਕਾਲ ਤਖਤ ਦੀ ਸਿਰਜਣਾ ਕਰਦੇ ਆ, ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨਦੇ ਆ। ਤੇ ਸੱਚ ਇਵੇਂ ਜਿੱਥੇ ਲੋਕ ਸੰਤ ਕਰਕੇ ਤੇ ਧਰਮ ਕਰਕੇ ਗੁਰੂ ਦਰ ਝੁਕਦੇ ਰਹੇ, ਉੱਥੇ ਰਾਜਸੀ ਤਾਕਤ ਵੀ ਹੁਣ ਗੁਰੂ ਦੇ ਦੁਆਰੇ ਆ ਕੇ ਝੁਕਦੀ ਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਆਪਣੇ ਬਜ਼ੁਰਗਾਂ ਕਰਕੇ ਵੀ ਮਹਾਨ ਨੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਆਪਣੇ ਪਿਤਾ ਕਰਕੇ ਵੀ ਮਹਾਨ ਨੇ, ਕਿਉਂਕਿ ਜੋ ਉਹਨਾਂ ਨੇ ਤਿਲਕ ਜੰਜੂ ਕਰਕੇ ਕੁਰਬਾਨੀ ਦਿੱਤੀ ਆ। ਪਦਮ ਜੀ ਕਹਿੰਦੇ ਆ, ਦੁਨੀਆ ਦੇ ਲੋਗੋ ਆਪਣੇ ਤੇ ਆਪਣੀ ਉਮਤ ਲਈ ਤਾਂ ਸਾਰੇ ਖੂਨ ਡੋਲਦੇ ਆ, ਪਰ ਜਿਨ੍ਹਾਂ ਦੇ ਉੱਤੇ ਸਾਡਾ ਅਕੀਦਾ ਕੋਈ ਨਾ ਹੋਵੇ ਉਹਨਾਂ ਦੇ ਉੱਤੇ ਆਪਾ ਵਾਰ ਦੇਣਾ ਇਹ ਕੱਲੂ ਮੈਂ ਵੱਡਾ ਸਾਕਾ ਹੈ। ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਦਾ ਨਿੱਜੀ ਜੀਵਨ ਵੇਖੋ ਤੇ ਆਪ ਇਸੇ ਕਰਕੇ ਅੱਲਾ ਯਾਰ ਖਾਂ ਜੋਗੀ ਦੀਆਂ ਆਪਾਂ ਨਜ਼ਮਾਂ ਨਾਲ ਲੈ ਕੇ ਜਾਣਾ ਹੈ। ਅੱਲਾ ਯਾਰ ਖਾਂ ਜੋਗੀ ਕਹਿੰਦੇ ਨੇ, ਕਹਿੰਦੇ ਕਿੱਡਾ ਸਬਰ ਸੀ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਕਿ ਦੁਨੀਆ ਦੀ ਹਰ ਤਕਲੀਫ ਨੂੰ, ਹਰ ਮੁਸ਼ਕਲ ਨੂੰ, ਹਰ ਵਿਪਤਾ ਨੂੰ, ਹਰ ਸੰਕਟ ਨੂੰ ਤੁਸੀਂ ਬੜਾ ਸਬਰ ਦੇ ਨਾਲ ਜਿਹੜਾ ਉਹ ਹੰਡਾਇਆ ਆਪਣੇ ਪਿੰਡੇ ਤੇ ਕਦੇ ਕਾਲ ਨਹੀਂ ਦੱਸਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਸ਼ੁਕਰ 'ਚ ਤੁਸੀਂ ਰਹਿੰਦੇ ਰਹੇ। ਤੁਹਾਡੇ ਕਲੇਜੇ ਨੂੰ ਫੂਕਣ ਦੀਆਂ ਸਮੇਂ ਦੀਆਂ ਹਕੂਮਤਾਂ ਨੇ ਲੱਖਾਂ ਕੋਸ਼ਿਸ਼ਾਂ ਕੀਤੀਆਂ, ਪਰ ਤੁਸੀਂ ਫਿਰ ਵੀ ਮਿੱਤਰ ਪਿਆਰੇ ਨੂੰ ਗਾਉਂਦੇ ਰਹੇ। ਧੰਨ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਮਾਸੂਮ ਸੀ ਤੇ ਇਸ ਹਿੰਦੁਸਤਾਨ ਦੀ ਪਾਤਲੀ ਕਦੇ ਪਿਤਿਆਂ ਨੂੰ ਤੋਰਦੇ ਰਹੇ। ਜਦੋਂ ਖੁਦ ਪਿਤਾ ਬਣੇ ਤੇ ਆਪਣੀਆਂ ਮਾਸੂਮ ਜਿੰਦਾਂ ਨੂੰ ਫਿਰ ਇਹਨਾਂ ਹਕੂਮਤਾਂ ਦੇ ਲਈ ਆੜੇ ਆਉਣ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਲਈ ਵਾਰਦੇ ਰਹੇ। ਇੱਥੋਂ ਤੱਕ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਖਿੰਮਤ ਤੇ ਤੁਹਾਡੀ ਗਰਜ ਅੱਗੇ ਸਾਰੇ ਸੁਲਤਾਨੇ ਸ਼ਾਹੇ ਝੁਕਦੇ ਸੀ ਤੇ ਤੁਹਾਡੀ ਦਲੇਰੀ ਦੇ ਅੱਗੇ ਚੀਨ ਦੇ ਲੋਕ ਵੀ ਮੱਥੇ ਟੇਕ ਦਿੰਦੇ ਰਹੇ। ਇਹ ਵੇਖੋ ਉਸ ਜਿਹੜੀ ਕਹਿ ਲਈਏ ਕਿ ਜੋਗੀ ਜੀ ਦੀ ਇਹ ਨਜ਼ਮ ਹੈ ਤੇ ਉੱਥੇ ਉਹ ਲਿਖਦੇ ਆ, ਜਦੋਂ ਆਪਾਂ ਉਹਨਾਂ ਦਾ ਇੱਕ ਕੌਲ ਪੜ੍ਹਦੇ ਆ, ਕਿਸ ਸਬਰ ਸੇ ਤੂਨੇ ਹਰ ਕੜੀ ਕੋ ਉਠਾਈ। ਕੜੀ ਕਹਿੰਦੇ ਆ ਜਿੰਨੀਆਂ ਬਿਪਤਾਵਾਂ ਬੰਦੇ ਤੇ ਆ ਜਾਣ। किस सबर से तूने हर कड़ी को उठाई, किस शुक्र से हर चोट कलेजे पे खाई। वालिद को कटाया कभी औलाद कटाई। वालिद कहंदे पिता नू, वालिद को कटाया कभी औलाद कटाई। कहंदे आ थे फिक्र में फांके में की सबसे लड़ाई। तेरे ते लखां मुसीबतां आईयां पर ईन ना मन के तू सच एवे दुश्मनां दे नाल लोहा लैंदा रहा। अल्लाह यार खां जोगी कहंदे, दुनिया दे लोगो साबर कोई कम ऐसा रसूलों में आया, कटवा दिए पिसर चार एक आंसू ना गिराया। ਉਹ ਇੱਥੋਂ ਤੱਕ ਵੀ ਲਿਖਦੇ ਆ, ਜਦੋਂ ਅਸੀਂ ਚਰਨ ਸਿੰਘ ਸਫਰੀ ਨੂੰ ਪੜ੍ਹਦੇ ਆ, ਬੇਮਿਸਾਲ ਕੁਰਬਾਨੀਆਂ ਦੀ ਜੇ ਆਪਾਂ ਕੋਈ ਮਿਸਾਲ ਵੀ ਦਈਏ ਤਾਂ ਉਪਰੀਏ। ਤੇ ਸਫਰੀ ਜੀ ਇੱਕ ਗੱਲ ਕਹਿੰਦੇ ਨੇ, ਹੱਥ ਤੇਗ ਨਹੀਂ
पिता दी पसलीए हथ ढालनी पुत्र दी खोपरी। गुरु गोबिंद सिंह जी हथ फड़े शस्त्रां नूं, शस्त्र ना वेखो, महाराज ने अपना पिता वार के हाथ दे विच तेग फड़ी है ते अपने पुत्र वार के हाथ दे विच ढाल फड़ी है। ये गुरु गोबिंद सिंह महाराज ने कहते जो अपने करके भी ते अपने बच्चियां करके भी संगत जी बहुत नामने वाले ने। इसे करके तो गुरु गोबिंद सिंह जी ये गल आप कहते कदे मैं शहीद पिता नूं इस दुनिया तो वार के धर्मी पुत कहवाया ते अज मैं धर्मी पिता कहवावांगा अपने पुत्रां नूं इस हिंदुस्तान दी जिहड़ी आ प्रजा तो वार के। सतगुरु गुरु गोबिंद सिंह सच्चे पिता महाराज जी रवालसर दी धरती ते हिंदू राजियां दा एक बहुत वड्डा इकट्ठ करदे आ। ये रवालसर हिमाचल प्रदेश का एक शहर है मंडी, जिथों अज जिथे गुरुद्वारा साहब बनिया इत्थे महाराज ने एक घटना, क्योंकि असी सारा इतिहास थोड़ा जो वेख लांगे फिर सानू समझ आनी आ। कहते महाराज सच्चे पिता गुरु गोबिंद सिंह जी ने यह इकट्ठ तां कीता कि गुरु तेग बहादुर जी की शहीदी तो बाद मुगलतनी जिहड़ी सल्तनत है इन्हां दियां जड़ां हुण कुछ ही दिन बाकी ने, ये अपने आखिरी साहां ते ने। जे तुसी हुण साडे नाल रल के इन्हां दे जुल्म दे खिलाफ अड़ो ते आपां कुछ दिनां दे विच ही इन्हां नूं इत्थों नेस तो नबूद कर सकदे हां। इन्हां ने कहा तुहाडी गल मन्नण नूं तैयार हां, पर वाह शर्त तुसी साडे ब्रह्म आश्रम दियां धज्जियां उडाइयां ने, तुसी शूद्रां नूं नीवें लोकां नूं कट्ठियां भाग के संगत करदे हो ते पंगत च लंगर छकाने हो, असी अमृत भी छकांगे, तुहाडे नाल हो के इन्हां नाल लोहा लवांगे, पर जिन्हां नूं तुसी अपने सिख कहंदे हो पहलां इन्हां नूं खुद तो दूर करो, दरकिनार कर दिओ। इन्हां दी पिठ है सानू, ये हुण साडे बराबर दे हो के घोड़ियां ते बहणगे, ये हुण साडे बराबर दे हो के शस्त्र चलाउणगे, साडे बराबर दे हो के हुणे शाही ठाठ दी जिंदगी भोगणगे। ते महाराज हस के कहण लगे जिन्हां नूं तुसी नीवें कहने हो, इत्थों तक शब्द वरतदे जिथों जिन्हां नूं तुसी बकरी दियां मेमना कहने हो, जिन्हां नूं तुसी चिड़ियां कहने हो, एक गल याद रखियो ओह जे बाज तड़ावांगा, इन्हां मेमना तो इहो जे शेर मरवावांगा कि तुहाडे भी दंद खट्टे हो जाणगे इन्हां दियां जोरतां वेख के। सतगुरु गोबिंद सिंह महाराज कहंदे इह ते नहीं होना कि मैं अपने सिखां नूं दूर कर दियां ते तुहानूं फिर नाल, ये चलो मन्ने नहीं जी। गुरु गोबिंद सिंह जी ने संगत जी 1699 दे दिन खालसे नूं तैयार कीता, अमृत दी दात दित्ती। जेड़ी दुनिया हिंदुस्तान दी ये कहंदी सी काम हमारा तोलन तकड़ी, नंगी करद कबू नहीं पकड़ी, चिड़ी उड़े तो हम डर जाएं, मुगलों से कैसे लड़ पाए परमात्मा। गुरु गोबिंद सिंह जी असी तां करदा नहीं फड़न जोगे, इन्ने गुलाम हो चुके से हिंदुस्तान दे लोग, असी ते चिड़ियां किते लागो निकल जाण उहदे परां दे नाल सानू कंबनी छड्डदी आ। असी क्योंकि उन्होंने आप कहा, जदों मैं रतन सिंह भंगू नूं पढ़दा ते वो एक गल कहंदे आ, सतगुरु सच्चे पातशाह जी ये तुहाडी ही बख्शिश ते तुहाडी ही रहमत सी कि तुहाडी बख्शिश दे नाल जिन्हां नूं लोक मेमना कहंदे रहे तुसी शेरां नूं मरवाता, ते जिन्हां नूं लोक बटेरे कहंदे रहे इन्हां नाल तुसी बाजां ते हमले करा दिते। ते रतन सिंह भंगू दियां ये सतरां ने वो बड़ी बख्शिश करके ये गल लिखदे आ, शेलियन मारे शेर किम किम बटेरन मारे बाज, पाशाह ये तेरियां ही रहमतां सी, शेलियन मारे शेर किम बटेरन मारे बाज, ते ओ हाकम मारे रैयत है यह करामात है आज, ये तेरी करामात सी। सतगुरु गुरु गोबिंद सिंह जी सतगुरु सच्चे पिता जी ਜਿਹੜੇ ਕਰਦਾਂ ਫੜਨ ਤੋਂ ਡਰਦੇ ਸੀ ਤੇ ਚਿੜੀਆਂ ਦੇ ਪਰਾਂ ਤੋਂ ਡਰਦੇ ਸੀ, ਮਹਾਰਾਜ ਨੇ ਉਹਨਾਂ ਨੂੰ ਸ਼ਾਹ ਘੋੜੇ ਦੇ ਸਵਾਰ ਬਣਾਇਆ। ਸੰਗਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਬਣਾਇਆ ਤੇ ਉਹਨਾਂ ਨੂੰ ਫਿਰ ਮਹਾਰਾਜ ਨੇ ਇਹ ਬਖਸ਼ਿਸ਼ ਭਰੇ ਬੋਲ ਕੇ ਇਨਹੀ ਕੋ ਸਰਦਾਰ ਬਣਾਉ ਤਵੈ ਗੋਬਿੰਦ ਸਿੰਘ ਨਾਮ ਕਹਾਉ। ਇਹਨਾਂ ਦੇ ਪ੍ਰਥਾਏ ਕਿਹਾ ਸੀ, ਇਨਹੀ ਕੋ ਪੰਡਿਤ ਉਪਜਾਉ ਕਥਾ ਕਰਨ ਕੀ ਰੀਤ ਚਲਾਉ, ਇਨਹੀ ਤੇ ਰਾਜੇ ਉਪਜਾਉ ਰਾਜ ਕਰਨ ਕੀ ਰੀਤ ਚਲਾਉ, इन्हीं को सरदार बनाऊं तबे गोबिंद सिंह नाम कहाऊं, इन गरीब सिखन को दियूं पातशाही ये याद करे हमरी गुरियाई। गुरु गोबिंद सिंह सच्चे पिता जी एक पासे औरंगजेब नूं ला लो, औरंगजेब कहंदा मेरे राज
कोई अपने घर च ढोल नहीं वजा सकता, मेरे राह च कोई घोड़सवार नहीं हो सकता, मेरे राह च कोई पग नहीं बन सकता, मेरे राह च कोई शस्त्र नहीं रख सकता। पर बाजां वाला कह रहा है कि जे प्रभात हुंदी आ ते रंजीत नगारे नाल होवे। महाराज कहंदे मेरे दर्शनां नूं आना, घोड़े ते चढ़ के शस्त्र पा के आओ ते सिरां ते दुमाले ते दस्तारां सजा के आओ। ये सीधी टक्कर सी हुकूमत नाल ते ये साडे बोले ने संगत जी। महाराज कहंदे तब इम भणियो गरीब नवाज, शस्त्र के अधीन है राज। सतगुरु जी कहंदे पुनंग संग सब जिहड़ी सारी ये वार्ता गुरु गोबिंद सिंह जी प्रभु जी आप सुनाई, बिना तेग तीरंग रहो नाहे भाई। ते फिर कहंदे आ बिना शस्त्र केसंग नरंग भेट जानो, गहे कान ताको कितै लै सदानो। एहो मोर आग्या सुनो रे प्यारे, बिना केस तेग देहू ना दिदारे। गुरु साहब कहते बाजां वाले दे उन्हां नूं दर्शन नहीं, जेड़े शस्त्रां तो ते कह लो कि गुरु दी मर्यादा तो मुनकर होवन। सतगुरु जी ये साहस भरदे। चलो संगत जी समा करवट लैंदा है। महाराज भंगाणी दा, नंदौण दा, पाउंटे दा, ये सारे जंग लड़ते आ। वो समा हुण आया कि जदों सतगुरु गुरु गोबिंद सिंह जी असी जिस प्रथाए ये विचार करते पे आ, मई महीने तो घेरे कत्ते जाते आ। ਇਹ ਘੇਰਿਆਂ ਦੇ ਵਿੱਚ ਜਦੋਂ ਛੋਟੀਆਂ ਮੋਟੀਆਂ ਜੰਗਾਂ ਹੁੰਦੀਆਂ ਤੇ ਇਹਨਾਂ ਵਿੱਚ ਇੱਕ ਜੰਗ ਜਿਹੜੀ ਅਕਸਰ ਸਾਡੇ ਵਿਦਵਾਨ ਇਹਨਾਂ ਦਿਨਾਂ 'ਚ ਕੋਟ ਕਰਦੇ ਆ, ਇਹ ਜਗ ਤੁੱਲਾ, ਅਜਮੇਰ ਚੰਦ ਤੇ ਕੇਸਰੀ ਚੰਦ, ਇਹ ਤਿੰਨੋਂ ਰਲ ਕੇ ਕੀ ਕਰਦੇ ਆ ਕਿ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਪੂਰਾ ਵਾਹ ਲਾ ਲਿਆ, ਅਸੀਂ ਵਿਗਾੜ ਕੁਝ ਨਹੀਂ ਪਾ ਰਹੇ, ਹੁਣ ਇਦਾਂ ਕਰੀਏ ਆਪਾਂ ਮਸਤ ਹਾਥੀ ਨੂੰ ਸ਼ਰਾਬ ਪਿਲਾ ਕੇ ਰੱਜ ਕੇ ਤੇ ਇਹਨਾਂ ਨੂੰ ਗੜੀ ਵੱਲ ਤੋੜਦੇ ਆ। ਕਿਸੇ ਨੇ ਆਨੰਦਗੜ੍ਹ ਤੇ ਕਿਸੇ ਨੇ ਲੋਹਗੜ੍ਹ ਇਹ ਗੜੀ ਦਾ ਦਰਵਾਜ਼ਾ ਤੋੜੇ ਤੇ ਆਪਾਂ ਇੱਕਦਮ ਹਮਲਾ ਕਰਕੇ ਵਿੱਚੇ ਸਿੰਘਾਂ ਨੂੰ ਤੇ ਗੁਰੂ ਨੂੰ ਗ੍ਰਿਫਤਾਰ ਕਰੀਏ। 3 दिन ਪਹਿਲਾਂ ਪਿਛਲੀ ਵਾਰੀ ਵੀ ਮੈਂ ਬੇਨਤੀ ਕੀਤੀ ਸੀ ਕਿ ਮਹਾਰਾਜ ਦੀ ਜੰਗ ਨੀਤੀ ਵੇਖੋ ਕਿੰਨੀ ਜ਼ਬਰਦਸਤ ਸੀ। ਤੇ ਇੱਕ ਸ਼ੂਈਆ ਹੁੰਦਾ ਸੀ ਮਹਾਰਾਜ ਦਾ, ਇਹਦਾ ਨਾਂ ਸੀ ਚਤੁਰ ਸਿੰਘ ਬਰਾੜ, ਜਿਹੜਾ ਹਰ ਖਬਰ ਮਹਾਰਾਜ ਨੂੰ ਦੇ ਦਿੰਦਾ ਸੀ। 3 दिन ਪਹਿਲਾਂ ਮਹਾਰਾਜ ਨੂੰ ਪਤਾ ਲੱਗ ਗਿਆ ਸੀ ਕਿ ਗੱਡੀ ਤੇ ਹਾਥੀ ਨਾਲ ਹਮਲਾ ਹੋਣਾ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਕੀ ਹੋਇਆ। ਅੰਮ੍ਰਿਤਸਰ ਸ਼ਹਿਰ ਦੇ ਇੱਕ ਸਿੱਖ ਹੋਏ ਨੇ ਗੁਰੂ ਰਾਮਦਾਸ ਜੀ ਦੇ ਵੇਲੇ, ਭਾਈ ਸਹਿਲੋ ਜੀ, ਉਹਨਾਂ ਦੇ ਪੋਤਰਾਂ ਨੇ ਦੁਨੀ ਚੰਦ, ਜਿਹੜੇ ਬੜੇ ਸਡੋਲ ਬਾਹੂਵਲ ਯੋਧੇ ਤੇ ਜਿਨ੍ਹਾਂ ਨਾਲ ਕਾਫੀ ਮਸੰਦ ਸਿੱਖ ਹੁੰਦੇ ਸੀ। ਮਹਾਰਾਜ ਕਹਿੰਦੇ ਸਾਡੇ ਕੋਲ ਵੀ ਹਾਥੀ ਹੈ ਜਿਹੜਾ ਉਸ ਮਸਤ ਹਾਥੀ ਨਾਲ ਟੱਕਰ ਲਊਗਾ। ਖੈਰ ਤੁਹਾਨੂੰ ਪਤਾ ਦੁਨੀ ਚੰਦ ਕੰਧ ਟੱਪ ਕੇ ਭੱਜ ਜਾਂਦਾ, ਬਾਅਦ ਵਿੱਚ ਤੇ ਸੱਪ ਲੜਿਆ, ਇਹਦੀ ਮੌਤ ਹੋਈ ਤੇ ਇਹਦੇ ਬਾਰੇ ਪੜਿਆ ਕਿ ਇਹਦੇ 2 ਪੋਤਰੇ ਅੱਗੇ ਸਰੂਪ ਸਿੰਘ ਤੇ ਅਨੂਪ ਸਿੰਘ, ਇਹ ਫਿਰ ਬਾਜਾਂ ਵਾਲੇ ਕੋ ਜਾ ਕੇ ਆਪਣੇ ਦਾਦੇ ਦੀ ਵੀ ਭੁੱਲ ਬਖਸ਼ਾਉਂਦੇ ਤੇ ਆਪ ਅੰਮ੍ਰਿਤ ਛਕਦੇ ਆ। ਸੋ ਇਹ ਮਹਾਰਾਜ ਨੇ ਫਿਰ ਬਚਿੱਤਰ ਸਿੰਘ ਨੂੰ ਕਿਹਾ ਕਿ ਤੁਸੀਂ ਹਾਥੀ ਦਾ ਮੁਕਾਬਲਾ ਉਹ ਨਾਗਣੀ ਲੈ ਕੇ ਤੇ ਸਤਿਗੁਰੂ ਦੀ ਬਖਸ਼ਿਸ਼ ਲੈ ਕੇ ਮਸਤ ਹਾਥੀ ਨਾਲ ਮੁਕਾਬਲਾ ਕਰਕੇ ਇਹੋ ਜੀ ਨਾਗਣੀ ਮੱਥੇ 'ਚ ਮਾਰਦੇ ਆ ਕਿ ਮਸਤਿਆ ਹਾਥੀ ਸ਼ਰਾਬ 'ਚ ਧੁੱਤ ਹੋਇਆ, ਆਪਣੀਆਂ ਹੀ ਫੌਜਾਂ ਸਿਪਾਹੀਆਂ ਦਾ ਨੁਕਸਾਨ ਕਰਦਾ। ਇੱਥੇ ਹੀ ਜਿਹੜੀ ਲੜਾਈ ਹੁੰਦੀ ਆ ਤੇ ਜਗ ਤੁੱਲਾ ਦਾ ਜਿਹੜਾ ਸੀ, ਅਸੀਂ ਕਹਿ ਲਈਏ ਕਿ ਸੀਸ ਧੜ ਨਾਲੋਂ ਭਾਈ ਸਾਹਿਬ ਸਿੰਘ ਜੀ 5 ਪਿਆਰਿਆਂ ਵਿੱਚੋਂ ਉਹ ਅਲੱਗ ਕਰਦੇ ਆ ਤੇ ਭਾਈ ਉਦੈ ਸਿੰਘ ਜੀ ਇਹ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਭੇਂਟ ਕਰਦੇ ਆ। ਇਸੇ ਹੀ ਜੰਗ ਦੇ ਵਿੱਚ ਮੱਖਣ ਸ਼ਾਹ ਲਵਾਣੇ ਦਾ ਪੁੱਤਰ ਭਾਈ ਖੁਸ਼ਹਾਲ ਸਿੰਘ ਲਵਾਣਾ ਸ਼ਹੀਦ ਹੁੰਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਅਮਨ ਅਮਾਉਣ ਦਾ ਸਮਾਂ ਅੰਦਰ ਕੱਢਦੇ ਆ ਤੇ ਜਿਹੜਾ ਸੀ ਲੜਾਈਆਂ ਦੇ ਵਿੱਚ ਹੀ ਭਾਈ ਕਨਈਆ ਸਿੰਘ ਦਾ ਬੜਾ ਵੱਡਾ ਰੋਲ ਰਹਿੰਦਾ, ਜੋ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਕੇ ਤੇ ਗੁਰੂ ਦੀ ਬਖਸ਼ਿਸ਼ ਲੈਂਦੇ ਆ। ਇਹਨਾਂ ਤੋਂ ਫਿਰ ਅੱਡਣ ਸ਼ਾਹੀ ਦਾ ਜਿਹੜਾ ਇੱਕ ਸਾਡੇ ਅੰਦਰ ਕਹਿ ਲੋ ਕਿ ਫਿਰਕਾ ਚੱਲਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲੇ 'ਚ ਨੇ, ਫੌਜਾਂ ਬਾਹਰ ਨੇ ਤੇ ਇਹਦੇ ਪ੍ਰਥਾਏ ਵੀ ਇੱਕ ਤੁਕ ਤੁਹਾਡੇ ਸਾਹਮਣੇ ਰੱਖਣੀ। ਜਦੋਂ ਪਹਾੜੀ ਰਾਜਿਆਂ ਨੇ ਮੂੰਹ ਦੀ ਖਾਧੀ ਤੇ ਇਹਨਾਂ ਚੋਂ ਭੀਮ ਚੰਦ ਵਰਗੇ, ਅਜਮੇਰ ਚੰਦ ਵਰਗੇ ਨਾਲ ਹੋ ਕੇ ਤੇ ਦਿੱਲੀ ਪਹੁੰਚੇ। ਔਰੰਗਜ਼ੇਬ ਨੂੰ ਜਾ ਕੇ ਕਹਿੰਦੇ ਆ ਅਸੀਂ ਅੱਜ ਤੋਂ ਬਾਅਦ ਤੁਹਾਨੂੰ ਟੈਕਸ ਨਹੀਂ ਦੇ ਸਕਦੇ, ਕਿਉਂਕਿ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦਾ, ਉਹਦੇ ਸਿੰਘਾਂ ਦਾ, ਆਨੰਦਪੁਰੀ ਦਾ ਕੁਝ ਕੀਤਾ ਨਾ, ਬੰਨੇ ਨਾ ਗੱਲ ਲਾਈ ਤੇ ਅਸੀਂ ਤਾਂ ਖਾਲਸੇ ਦੇ ਗੁਲਾਮ ਹੋ ਕੇ ਰਹਿ ਜਾਾਂਗੇ। ਉਹਨਾਂ ਨੇ ਬਹੁਤ ਕੰਨ ਭਰੇ, ਇੰਨੇ ਕੰਨ ਭਰੇ ਕਿ ਦਰਾ ਖੈਬਰ ਕਾਬਲ ਦੀ ਜਿੰਨੀ ਵੀ ਸਿਪਾਹੀ ਫੌਜ ਸੀ ਜੋ ਹਿੰਦੁਸਤਾਨ ਦੀ ਇੱਜ਼ਤ ਨੂੰ ਬਚਾਉਣ ਦੇ ਲਈ ਸਰਹੱਦਾਂ ਤੇ ਲਾਈ,
ਕਹਿੰਦੇ ਉਹ ਸਾਰੀ ਫੌਜ ਨੂੰ ਚਿੱਠੀਆਂ ਭੇਜ ਕੇ ਉਹ ਔਰੰਗਜ਼ੇਬ ਨੇ ਕਿਹਾ ਆ ਕੇ ਗੁਰੂ ਗੋਬਿੰਦ ਸਿੰਘ ਤੇ ਹਮਲਾ ਕਰੋ। ਇਸ ਫੌਜ ਦੀ ਗਿਣਤੀ ਸਾਰੀ ਮਿਲਾ ਕੇ 10 ਲੱਖ ਕੀਤੀ। ਕਹਿੰਦੇ 10 ਲੱਖ ਫੌਜ ਕਾਬਲ ਦਰੈ ਪਤ ਦਿੱਲੀ ਰਹਿ ਰਖਾਏ, ਕਿ ਜਿਹੜੀ ਦਿੱਲੀ ਦੀ ਹਿਫਾਜ਼ਤ ਲਈ, ਹਿੰਦੁਸਤਾਨ ਦੀ ਹਿਫਾਜ਼ਤ ਲਈ ਕਾਬਲ ਤੇ ਦਰਾ ਖੈਬਰ ਤੱਕ ਫੌਜਾਂ ਔਰੰਗਜ਼ੇਬ ਨੇ ਲਾਈਆਂ ਸੀ। ਕਹਿੰਦੇ ਉਹਨਾਂ ਨੂੰ ਕੀ ਕੀਤਾ, ਦੀਨੇ ਲਿਖ ਰੁਕੈ ਉਹਨੇ, ਰੁਕੈ ਕਹਿੰਦੇ ਆ ਜਿਵੇਂ ਚਿੱਠੀਆਂ, ਰੁਕੇ ਲਿਖ ਕੇ ਭੇਜੇ ਕਿ ਪਰੋ ਗੋਬਿੰਦ ਸਿੰਘ ਠਾਏ, ਤੁਸੀਂ ਆ ਕੇ ਹੁਣ ਆਨੰਦਪੁਰੀ ਤੇ ਚੜ੍ਹਾਈਆਂ ਕਰੋ, ਕਿਉਂਕਿ ਸਾਨੂੰ ਸਭ ਤੋਂ ਵੱਡਾ ਖਤਰਾ ਆਨੰਦਪੁਰੀ ਤੋਂ ਹੀ ਆ। ਕਿਹੜੀ ਆਨੰਦਪੁਰੀ? ਜਿਹੜੀ ਮੁਰਦਿਆਂ ਨੂੰ ਅੰਮ੍ਰਿਤ ਦੀ ਦਾਤ ਦੇਵੇ, ਜਿਹੜੀ ਆਨੰਦਪੁਰੀ ਸਾਡੇ ਮੁਰਝਾ ਚੁੱਕੇ ਚਿਹਰਿਆਂ ਨੂੰ ਆਨੰਦ ਬਖਸ਼ੇ, ਜਿਹੜੀ ਆਨੰਦਪੁਰੀ ਸਾਨੂੰ ਅਧਿਆਤਮਕਤਾ ਦੀਆਂ ਉੱਚੀਆਂ ਉਡਾਰੀਆਂ ਬਖਸ਼ੇ, ਜਿਹੜੀ ਆਨੰਦਪੁਰੀ ਸਾਨੂੰ ਸ਼ੇਰਾਂ ਦੀ ਦਾਤ ਸਰਦਾਰੀਆਂ ਬਖਸ਼ੇ, ਜਿਸ ਆਨੰਦਪੁਰੀ ਨੇ ਖਿਆ ਕੀਤਾ ਕਿ ਹਿੰਦੁਸਤਾਨ ਦੀ ਪ੍ਰਜਾ ਨੂੰ ਆਜ਼ਾਦ ਕਰਾਉਣਾ ਹੈ, ਪਰ ਕਈ ਵਾਰੀ ਕਈ ਸਾਲ ਇੱਕ ਪੰਛੀ ਨੂੰ ਪਿੰਜਰੇ 'ਚ ਰੱਖ ਦਿਓ, ਉਹਦੇ ਲਈ ਪਿੰਜਰਾ ਹੀ ਜੀਵਨ ਬਣ ਜਾਂਦਾ ਹੈ। ਤੁਸੀਂ ਉਹਨੂੰ ਕੱਢਣ ਦੀ ਕੋਸ਼ਿਸ਼ ਕਰੋ, ਉਹ ਸੋਚੂਗਾ ਇਹ ਮੇਰਾ ਦੁਸ਼ਮਣ ਹੈ। ਹਿੰਦੁਸਤਾਨ ਦੇ ਵੱਡੇ ਵਜ਼ੀਰੋ ਆਜ਼ਮ ਵੀ ਇਹੀ ਗੱਲ ਕਰਦੇ ਆ। ਗੁਰੂ ਜੀ ਕਹਿੰਦੇ ਤੁਸੀਂ ਗੁਲਾਮ ਹੋ, ਪਿੰਜਰੇ 'ਚੋਂ ਬਾਹਰ ਨਿਕਲ ਕੇ ਆਜ਼ਾਦੀ ਦੀ ਫਿਜ਼ਾ 'ਚ ਜਾਓ। ਜਿਨ੍ਹਾਂ ਨੂੰ ਮਾਰਜ ਪਿੰਜਰੇ 'ਚੋਂ ਆਜ਼ਾਦ ਕਰਾਉਣਾ ਚਾਹੁੰਦੇ ਉਹ ਖੁਦ ਹੀ ਗੁਰੂ ਤੇ ਧਾਵਾ ਬੋਲ ਰਹੇ ਆ। ਵੱਡੇ ਵੱਡੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਕਹਿੰਦੇ ਮੀਂਹ ਦੇ ਦਿਨ ਆਏ ਤੇ 2 ਮਹੀਨੇ ਤੱਕ ਜੰਗ ਰੁਕਿਆ ਰਿਹਾ। ਇਹਦਾ ਇੱਕ ਪਰ ਇਹਨਾਂ ਨੇ ਕਿਹਾ ਕਿ ਹੁਣ ਇੱਥੇ ਹੀ ਬਹਿ ਜਾਓ, ਅਸੀਂ ਜਾਣਾ ਕਿਤੇ ਨਹੀਂ, ਹੁਣ ਗੱਲ ਬੰਨੇ ਲੱਗੂਗੀ। ਆਖਿਰਕਾਰ ਸੰਗਤ ਜੀ ਸਮਾਂ ਆਪਣਾ ਪੜਾ ਕਰਦਾ ਰਿਹਾ। ਮਈ ਮਹੀਨੇ ਤੋਂ ਸਮਾਂ ਦਸੰਬਰ ਤੱਕ ਪਹੁੰਚਿਆ। ਇੱਕ ਦਿਨ ਇਸੇ ਜੰਗ ਵਿੱਚ ਜ਼ਬਰਦਸਤ ਖਾਂ ਤੇ ਵਜ਼ੀਰ ਖਾਂ ਜਿਹੜਾ ਸਰਹੰਦ ਦਾ ਨਵਾਬ ਹੈ, ਜੇ ਤੇ ਹੇਠ 500 ਪ੍ਰਗਣਾ ਹੁੰਦਾ ਸੀ। ਸੋਚ ਕੇ ਵੇਖੋ ਕਿੱਡੇ ਕਿੱਡੇ ਇਹ ਨਵਾਬ ਸੀ ਆਪਣੇ ਸਮੇਂ ਦੇ। ਕਹਿੰਦੇ ਸ਼ਤਰੰਜ ਖੇਡਦੇ ਪਿਆ ਇੱਕ ਰੁੱਖ ਥੱਲੇ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਨੇ ਆਨੰਦਪੁਰ ਦੇ ਕਿਲੇ ਤੋਂ ਤੀਰ ਮਾਰਿਆ, ਤੇ ਜਿਸ ਮੰਜੇ ਤੇ ਬੈਠੇ ਸੀ ਉਸ ਪਾਵੇ ਤੇ ਜਾ ਕੇ ਤੀਰ ਵੱਜਾ, ਤੇ ਦੋਨਾਂ ਦੇ ਮੁਖ ਤੋਂ ਇੱਕੋ ਵਾਰ ਨਿਕਲਿਆ ਸੀ, ਯਾ ਖੁਦਾ ਮਸਾਂ ਹੀ ਬਚੇ ਆ। ਤੇ ਜਦੋਂ ਉਹਨਾਂ ਨੇ ਤੀਰ ਵੇਖਿਆ ਤੇ ਪਛਾਣ ਲਿਆ ਕਿ ਇਹ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ, ਕਿਉਂਕਿ ਮਾਰ ਦੇ ਤੀਰ ਦੇ ਨਾਲ ਸੋਨਾ ਲੱਗਾ ਹੁੰਦਾ ਸੀ। ਤੇ ਕਹਿਣ ਲੱਗੇ ਇਹ ਕਰਾਮਾਤ ਆ। ਕਹਿੰਦੇ ਇੰਨੇ ਕਰਦੇ ਨੇ ਇੱਕ ਹੋਰ ਤੀਰ ਆਇਆ ਤੇ ਜਿਸ ਰੁੱਖ ਥੱਲੇ ਬੈਠੇ ਸੀ ਉਸ ਰੁੱਖ ਦੇ ਟਾਹਣ 'ਚ ਵੱਜਾ, ਉਹਦੇ ਨਾਲ ਇੱਕ ਪੱਤਰ ਸੀ। ਮਾਰਜ ਕਹਿੰਦੇ ਇਹ ਕਰਾਮਾਤ ਨਹੀਂ, ਇਹ ਅਭਿਆਸ ਹੈ। ਤੁਸੀਂ ਕਹਿੰਦੇ ਹੋ ਬਚ ਗਏ ਆ, ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਮਾਰਨਾ ਹੀ ਨਹੀਂ ਚਾਹਿਆ। ਜਿਹੜਾ ਗੁਰੂ ਗੋਬਿੰਦ ਸਿੰਘ ਪਾਵੇ ਤੇ ਤੀਰ ਮਾਰ ਸਕਦਾ ਉਹ ਤੁਹਾਡੀ ਛਾਤੀ ਵੀ ਵਿੰਨ ਸਕਦਾ ਸੀ। ਪਰ ਸਿੱਖ ਧਰਮ ਦਾ ਇੱਕ ਫਰਜ਼ ਹੈ ਕਿ ਨੱਠੇ ਤੇ ਪਿੱਠ ਤੇ ਵਾਰ ਨਹੀਂ, ਤੇ ਜਿਹੜਾ ਹਥਿਆਰ ਸੁੱਟਦੇ ਉੱਤੇ ਅਸੀਂ ਵਾਰ ਨਹੀਂ ਕਰਦੇ, ਅਸੀਂ ਮੈਦਾਨਾਂ 'ਚ ਡਟ ਕੇ ਲੜਦੇ ਆਂ। ਸੱਚ ਇਵੇਂ ਕਾਇਰਾਂ ਵਾਂਗ ਬੈਠੇ ਆਂ ਤੇ ਅਸੀਂ ਸ਼ਸਤਰ ਨਹੀਂ ਚਲਾਉਂਦੇ। ਇਹ ਇੱਕ ਘਟਨਾ ਘਟਦੀ ਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਜਦੋਂ ਦਸੰਬਰ ਦਾ ਮਹੀਨਾ ਆਇਆ, ਹੁਣ ਇੱਧਰ ਔਰੰਗਜ਼ੇਬ ਨੇ ਵੀ ਚਿੱਠੀਆਂ ਭੇਜੀਆਂ, ਕਿਉਂਕਿ ਜਦੋਂ ਇੰਨਾ ਲੰਮਾ ਸਮਾਂ ਘੇਰਾ ਪਿਆ ਹੋਵੇ ਨਾ ਤੇ ਸਿਪਾਹੀਆਂ ਦੇ ਖਰਚੇ ਤੁਹਾਨੂੰ ਪਤਾ ਬਹੁਤ ਕੁਝ ਚੱਲਦਾ ਹੈ। ਸ਼ਾਹੀ ਖਜ਼ਾਨੇ ਕੱਢਣ ਲੱਗੇ, ਕੋਈ ਕੁਝ ਪੱਲੇ ਹੀ ਨਾ ਪਵੇ। ਦੂਜੇ ਪਾਸੇ ਸੰਗਤ ਜੀ ਰਸਦ ਪਾਣੀ ਨਾ ਅੰਦਰ ਪਹੁੰਚਣ ਕਰਕੇ ਪ੍ਰਸਾਦੀ ਹਾਥੀ ਮਰਿਆ। ਅੰਦਰ ਦਾ ਥੋੜਾ ਜਿਹਾ ਹੁਣ ਵੇਖਿਓ। ਸਾਡੇ ਸਰੋਤ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸਿੰਘ ਕਹਿੰਦੇ ਰਹੇ, ਐਸੋ ਹਾਲ ਹਮਾਰਾ ਪਇਓ, ਹਾਡ ਗਾਲ ਹਾਡ ਚਾਮ ਹਮਰੋ ਗਲ ਗਇਓ। ਮਹਾਰਾਜ ਜੀ ਹੁਣ ਤੇ ਭੁੱਖ ਤੇ ਦੁੱਖ ਕਰਕੇ, ਮੀਂਹ ਦੇ ਜ਼ੋਰ ਕਰਕੇ, ਇੱਥੋਂ ਤੱਕ ਸੰਗਤ ਲਤੀਫ ਲਿਖਦਾ ਕਿ ਇੱਕ ਪਾਣੀ ਦੀ ਘੁੱਟ ਪੀਣ ਕਰਕੇ ਸਿੰਘਾਂ ਨੂੰ ਜਾਨਾਂ ਮਾਰਨੇ ਪੈ ਰਹੀਆਂ ਸੀ। ਇਹ ਸਮਾਂ ਆਨੰਦਪੁਰ ਦਾ ਆ, ਕਿਉਂਕਿ ਅੰਦਰ ਸਭ ਕੁਝ ਮੁੱਕ ਗਿਆ। 5 ਸਿੰਘਾਂ ਨੇ ਪਾਣੀ ਲੈਣ ਜਾਣਾ, 2-3 ਨੇ ਲੜਨਾ, ਤੇ ਦੋਨਾਂ ਨੇ ਜਾਨ ਬਚਾ ਕੇ ਮਸਾ ਪਾਣੀ ਲੈ ਕੇ ਆਉਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਸਾਦੀ ਹਾਥੀ, ਕੁਝ ਯੋਧੇ ਸ਼ਹੀਦ ਹੋਏ। ਇਹ ਉਹ ਸਮਾਂ ਸੀ ਜਦੋਂ ਸਿੰਘਾਂ ਨੇ ਆਨੰਦਪੁਰ ਦੇ ਵਿੱਚ ਲੱਗੇ ਪੱਤੇ ਵੀ ਖਾਧੇ। ਸੱਚ ਐਵੇਂ ਸੰਗਤ ਜੀ ਰੁੱਖਾਂ ਦੀਆਂ ਛਿੱਲਾਂ ਖਾਧੀਆਂ, ਮਰੇ ਘੋੜਿਆਂ ਨੂੰ ਖਾਧਾ, ਤੇ ਇੱਥੋਂ ਤੱਕ ਪੱਟਾਂ ਦੇ ਮਾਸ ਲਾ ਖਾਧੇ। ਕਹਿੰਦੇ ਉਹ ਸਮਾਂ ਸੀ ਜਦੋਂ ਸਿੰਘ ਹਥਿਆਰ ਚੁੱਕਣ ਤੋਂ ਵੀ ਹੁਣ ਜਿਹੜੇ ਸੀ ਉਹ ਮੁਨਾਸਿਬ ਸੀ। ਆਖਿਰਕਾਰ ਇਹਨਾਂ ਨੇ ਹੁਣ ਇੱਕ ਹੋਰ ਬਿਉਂਤ ਚੱਲੀ ਆ, ਸ਼ਾਮ ਦਾਮ ਦੰਡ ਭੇਦ। ਇਹ ਜਦੋਂ ਅਸੀਂ ਰਣਨੀਤੀ ਵੇਖਦੇ ਹਾਂ, ਜੰਗੇ ਨੀਤੀ, ਤੇ ਉਹਦੇ ਇਹ 4 ਮਨਸਬ ਹੁੰਦੇ। ਸ਼ਾਮ ਦਾ ਭਾਵ ਹੁੰਦਾ ਸਿੱਧਾ ਹਮਲਾ ਕਰਨਾ ਕਿਸੇ ਨਾਲ, ਤੇ ਜਦੋਂ ਇਹ ਹਮਲੇ ਕਾਮਯਾਬ ਨਾ ਹੋਏ, ਸ਼ਾਮ ਦਾਮ
फिर किसी नूं खरीद लेना लालच दे के, पैसा दे के, वो भी ना जदों चले। शाम दाम दंड भेद ते फिर सच एवे उन्हां नाल फरेबी करनी, झूठियां वादे करने, झूठियां खसमां खानियां। गुरु गोबिंद सिंह सच्चे पिता महाराज जी अंदर ने ते 10,000 उदों सतगुरु नाल सिंह सिंघनियां परिवारां समेत सी। जदों ये आनंदपुर दे किले नूं घेरा पिया ते महाराज ने आप कहा सी, सोहण सिंह सीतल लिखदे आ, कहंदे आउण वाला समा बड़ा भयानक है, जिहड़े साडी खुशी नाल आनंदपुर दे किले नूं परिवारां समेत छड्डने चाहुंदे आ, वो छड्ड के जा सकदे आ। बहुत परिवार गए, पर सीतल जी एक गल कहंदे, वाह बाजां वालिया, लोकां दे परिवारां नूं बचा के घरी भेज ते अपने परिवार दा फिक्र ही कोई ना कीता। अपने लाला नूं किते ना, अपने लाला नूं सामने रखिया हिक्कां डाह के, कहंदे तेरे वर्गा सच एवे जिगरा गुरु गोबिंद सिंह केवल तेरा हो सकदा है। कहंदे आ संगत